ਜੀ ਬਿਲਕੁਲ ਗਗਨ, ਕਾਫੀ ਗੁੱਸਾ ਕਾਫੀ ਰੋਸ ਸੀਗਾ ਜੈਜ਼ੀਬੀ ਤੇ ਦਲਜੀਤ ਦੋਸਾਂਝ ਦੇ ਖਿਲਾਫ ਜਿਹੜਾ ਰਵਨੀਤ ਸਿੰਘ ਬਿੱਟੂ ਦਾ। ਉਹਨਾਂ ਦਾ ਕਹਿਣਾ ਸੀਗਾ ਕਿ ਪ੍ਰਮੋਟ ਕਰ ਰਹੇ ਨੇ ਇਸ ਵਕਤ ਦੋਨੋਂ ਹੀ ਜਿਹੜੇ ਸਿੰਗਰ ਨੇ, ਖਾਲਿਸਤਾਨ ਸਮਰਥਨ ਦੇ ਰਹੇ ਨੇ। ਲੇਕਿਨ ਜਿਹੜਾ ਯੂਥ ਕਾਂਗਰਸ ਵੱਲੋਂ ਕੋਰੀ ਨਾ ਕਰਤੀ ਗਈ ਹੈ ਕਿ ਕਿਤੇ ਵੀ ਪਰਚੇ ਨਹੀਂ ਦਰਜ ਕਰਵਾਏ ਜਾਣਗੇ। ਇਸ ਵਕਤ ਬਰਿੰਦਰ ਢਿੱਲੋਂ ਸਾਡੇ ਨਾਲ ਪ੍ਰਧਾਨ, ਕੀ ਕਹਿਣਾ ਚਾਹੋਗੇ, ਕਿਉਂ ਕੋਰੀ ਨਾ ਕਰਤੀ ਗਈ ਹੈ ਜਦਕਿ ਉਹ ਐਮਪੀ ਨੇ, ਤੁਹਾਡੇ ਪ੍ਰਧਾਨ ਵੀ ਰਹਿ ਚੁੱਕੇ ਨੇ? ਨਹੀਂ, ਸਾਡੇ ਪ੍ਰਧਾਨ ਆ, ਅਸੀਂ ਉਹਨਾਂ ਨੂੰ ਵੇਖ ਕੇ ਹੀ ਯੂਥ ਕਾਂਗਰਸ ਚ ਆਏ ਆ। ਅਸੀਂ ਉਹਨਾਂ ਨੂੰ ਆਪਣਾ ਕੀ ਕਹਿੰਦੇ ਉਹ ਵੀ ਮੰਨਦੇ ਆ, ਸਾਡੇ ਆਦਰਸ਼ ਆ, ਔਰ ਆਉਣ ਵਾਲੇ ਸਮੇਂ 'ਚ ਪੰਜਾਬ ਕਾਂਗਰਸ ਨੂੰ ਲੀਡ ਵੀ ਕਰਨਗੇ ਉਹ। ਲੇਕਿਨ ਆ ਜਿਹੜੀ ਇਸ ਮੁੱਦੇ ਦੇ ਉੱਤੇ ਓਫੀਸ਼ੀਅਲੀ ਯੂਥ ਕੋ ਕਿਸੇ ਦਾ ਪਰਸਨਲ ਸੈਂਟੀਮੈਂਟ ਹਰਟ ਹੋ ਸਕਦਾ, ਉਹ ਆਪਣੀ ਗੱਲ ਰੱਖੇ। ਲੇਕਿਨ ਮੇਰੇ ਹਿਸਾਬ ਨਾਲ ਜਿਵੇਂ ਦਲਜੀਤ ਦੋਸਾਂਝ ਨੂੰ ਸੈਂਸਰ ਬੋਰਡ ਦੇ ਵੱਲੋਂ ਕਲੀਅਰੈਂਸ ਮਿਲੀ ਸੀ, ਔਰ ਕੱਲ ਨੂੰ ਆਪਣਾ ਕੀ ਕਹਿੰਦੇ ਇਹਦੇ ਨਾਲ ਆਰਟਿਸਟ ਜਿਹੜੇ ਆ ਉਹ ਇੱਕ ਤਰ੍ਹਾਂ ਤੋਂ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਦੀ ਗੱਲ ਕਰਦੇ ਆ ਆਪਾਂ। ਸੋ ਉਹ ਆਰਟੀਕਲ 19 ਦੇ ਤਹਿਤ ਅਸੀਂ ਓਫੀਸ਼ੀਅਲੀ ਇਹਦੇ ਉੱਤੇ ਅਸੀਂ ਮੇਰੇ ਹਿਸਾਬ ਨਾਲ ਪਰਚੇ ਦਰਜ ਕਰਾਣਾ, ਕੋਈ ਪਰਸਨਲੀ ਕਰਾਣਾ ਚਾਹੁੰਦਾ ਸਾਨੂੰ ਕੋਈ ਇਤਰਾਜ਼ ਨਹੀਂ। ਅਗਰ ਕੋਈ ਕਰਾਣਾ ਚਾਹੁੰਦਾ ਉਹ ਕਰਾਣੇ ਵੀ ਚਾਹੀਦੇ ਆ। ਬਰਿੰਦਰ ਢਿੱਲੋਂ ਜਿਹੜੇ ਕਾਂਗਰਸ ਦੇ ਯੂਥ ਦੇ ਪ੍ਰਧਾਨ ਨੇ, ਉਹ ਸਾਰੇ ਸਿੰਗਰਸ ਨੂੰ ਹੁਣ ਨਿਯੋਤਾ ਦਿੰਦੇ ਪਏ ਨੇ ਕਿ ਤੁਸੀਂ ਸਾਰੇ ਗਾਣੇ ਗਾਓ ਤੇ ਤੁਹਾਡੇ ਵੱਲੋਂ ਕਲੀਨ ਚਿੱਟ ਹੈ। ਨਹੀਂ, ਸਾਡੇ ਵੱਲੋਂ ਕੋਈ ਕਲੀਨ ਚਿੱਟ ਨਹੀਂ ਆ, ਕਿਸੇ ਦਾ ਪਰਸਨਲ ਸੈਂਟੀਮੈਂਟ ਆ। ਜਿਹੜੀ ਯੂਥ ਆਰਗੇਨਾਈਜੇਸ਼ਨਸ ਆ, ਸਾਡਾ ਇੱਕ ਇਸ ਮੁੱਦੇ ਨੂੰ ਪਰਚਿਆਂ ਦੀ ਰਾਜਨੀਤੀ ਦਾ ਬਣਾਉਣ ਦਾ ਮਸਲਾ ਨਹੀਂ ਹੋਣਾ ਚਾਹੀਦਾ। ਯੂਥ ਆਰਗੇਨਾਈਜੇਸ਼ਨ ਦਾ ਇਹ ਕੰਮ ਹੋਣਾ ਚਾਹੀਦਾ, ਇਹਦੇ ਬਾਰੇ ਵਿਚਾਰ ਚਰਚਾ ਹੋਵੇ, ਨੌਜਵਾਨਾਂ ਨੂੰ ਇਸ ਮੁੱਦਿਆਂ ਦੇ ਉੱਤੇ ਦੱਸੀਏ ਵੀ ਹਾਂ ਇਹਦੇ ਤੇ ਆਹ ਡਿਬੇਟ ਹੋਣੇ ਚਾਹੀਦੇ ਆ, ਇਹਦੇ ਆਹ ਨੁਕਸਾਨ ਆ, ਇਹਦੇ ਆਹ ਫਾਇਦੇ ਆ। ਯੂਥ ਕਾਂਗਰਸ ਦਾ ਆਹ ਬੇਸਿਕ ਕੰਮ ਸਟਰਕਚਰ ਹੋਣਾ ਚਾਹੀਦਾ ਵਾ, ਜਿਹੜਾ ਇਸ ਆਈਡੀਓਲੋਜੀ ਦੇ ਉੱਤੇ ਗੱਲਾਂ ਕਰ ਸਕਣ, ਚੰਗੇ ਇੰਟੈਲੈਕਚੁਅਲਸ ਨੂੰ ਬੁਲਾ ਸਕੀਏ, ਚੰਗੇ ਆਈਡੀਓਲੌਗਸ ਨੂੰ ਬੁਲਾ ਸਕੀਏ, ਔਰ ਇਹਦੇ ਉੱਤੇ ਨੌਜਵਾਨਾਂ ਨੂੰ ਇਹਦੇ ਬਾਰੇ ਐਜੂਕੇਟ ਕਰ ਸਕੀਏ ਵੀ ਇਹਦੇ ਨੁਕਸਾਨ ਇਹ ਆ, ਇਹਦਾ ਆਹ ਚੀਜ਼ਾਂ ਵਾ। ਅਗਰ ਪਰਚਿਆਂ ਵਾਲੇ ਪਾਸੇ ਨੂੰ ਚੱਲਾਂਗੇ ਤੇ ਫਿਰ ਤਾਂ ਉਹ ਇਹ ਸਰਕਾਰੀ ਏਜੰਸੀਆਂ ਕਰਨ, ਸਰਕਾਰਾਂ ਦਾ ਕੰਮ ਆ। ਯੂਥ ਆਰਗੇਨਾਈਜੇਸ਼ਨਸ ਦਾ ਕੰਮ ਮੇਰੇ ਹਿਸਾਬ ਨਾਲ ਇਸ ਮੁੱਦੇ ਨੂੰ ਆਪਣਾ ਕਿਸ ਤਰੀਕੇ ਨਾਲ ਨੌਜਵਾਨਾਂ ਨੂੰ ਬੈਟਰ ਐਜੂਕੇਟ ਕਰਨਾ, ਇਸ ਦੇ ਨੁਕਸਾਨ ਸਮਝਾਉਣਾ, ਇਹ ਹੋਣਾ ਚਾਹੀਦਾ ਵਾ। ਨਹੀਂ, ਕਿਸੇ ਗੱਲੋਂ ਹੀ ਰਵਨੀਤ ਸਿੰਘ ਬਿੱਟੂ सांसद ने उन्होंने क्या ड्यूटी लाई या कहा गया कि यूथ कांग्रेस ਜਿਹੜੇ ਪਰਚੇ ਦਰਜ ਕਰਵਾਏ ਕਿਉਂਕਿ ਖਾਲਿਸਤਾਨ ਨੂੰ ਇੱਥੇ ਨਹੀਂ ਪਨਪਨ ਦਿੱਤਾ ਜਾਏਗਾ। ਖਾਲਿਸਤਾਨ ਨੂੰ ਬਿਲਕੁਲ ਪਨਪਨ ਨਹੀਂ ਦਿੱਤਾ ਜਾਏਗਾ। ਖਾਲਿਸਤਾਨ ਅਗਰ ਪਰਚਿਆਂ ਦੇ ਰਾਹੀਂ ਬੰਦ ਹੋ ਸਕਦਾ ਤੇ ਬਿਲਕੁਲ ਇਹਨੂੰ ਬੰਦ ਕਰ ਦੇਣਾ ਚਾਹੀਦਾ। ਮੇਰਾ ਮੁੱਦਾ, ਮੈਂ ਉਸ ਸਟੈਂਡ ਦੇ ਉਲਟ ਨਹੀਂ ਹੈਗਾ। ਮੈਂ ਵੀ ਚਾਹੁੰਦਾ ਵੀ ਹਾਂ ਖਾਲਿਸਤਾਨ ਨੂੰ ਨਹੀਂ ਪਨਪਨ ਦੇਣਾ ਚਾਹੀਦਾ, ਲੇਕਿਨ ਆ ਪਰਚਿਆਂ ਵਾਲੀ ਰਾਜਨੀਤੀ ਤੋਂ ਘਰੇਜ ਕਰਨਾ ਚਾਹੀਦਾ। ਇਹਦੇ ਨਾਲ ਯੂਥ ਵਿੱਚ ਗਲਤ ਮੈਸੇਜ ਜਾਊਗਾ। ਯੂਥ ਨੂੰ ਅਸੀਂ ਇਹ ਨਹੀਂ ਦੱਸ ਪਾਵਾਂਗੇ। ਇੱਕ ਮੈਸੇਜ ਵੀ ਤਾਂ ਜਾਊਗਾ ਨਾ ਸਿੰਗਰਸ ਦੇ ਵਿੱਚ, ਅਗਰ ਅਸੀਂ ਇਦਾਂ ਦੇ ਗਾਣੇ ਗਾਵਾਂਗੇ ਤੇ ਪਰਚੇ ਦਰਜ ਹੋਣਗੇ। ਬਿਲਕੁਲ ਹੋਣਾ ਚਾਹੀਦਾ ਵਾ, ਪਰਚਾ ਦਰਜ ਹੋਣਾ ਚਾਹੀਦਾ। ਸਰਕਾਰੀ ਏਜੰਸੀਆਂ ਕਰਾਉਣ, ਸਰਕਾਰਾਂ ਕਰਾਉਣ, ਬੜੇ ਲੋਕ ਬੈਠੇ ਆ। ਓਫੀਸ਼ੀਅਲੀ ਯੂਥ ਕਾਂਗਰਸ ਜਿਹੜੀ ਆ ਉਹ ਇਸ ਸੈਂਟੀਮੈਂਟ ਨੂੰ ਐਂਡੋਰਸ ਨਹੀਂ ਕਰ ਸਕਦੀ। ਕਿਸੇ ਦਾ ਪਰਸਨਲ ਸੈਂਟੀਮੈਂਟ, ਜਦੋਂ ਵੀ ਕਿਤੇ ਕੋਈ ਪਰਚਾ ਹੁੰਦਾ, ਉਹ ਐਜ਼ ਅ ਪ੍ਰਧਾਨ ਪੰਜਾਬ ਯੂਥ ਕਾਂਗਰਸ ਨਹੀਂ ਕਰਾਣਾ, ਉਹ ਐਜ਼ ਅ ਇੰਡੀਵਿਜੂਅਲ ਜਿਹਦਾ ਸੈਂਟੀਮੈਂਟ ਹਰਟ ਹੋਇਆ ਉਸ ਹਿਸਾਬ ਨਾਲ ਉਹ ਪਰਚਾ ਕਰਾਵੇ, ਜੀ ਸਦਕੇ ਕਰਾਵੇ, ਔਰ ਹੋਣੇ ਵੀ ਚਾਹੀਦੇ ਆ। ਲੇਕਿਨ ਸਾਂਸਦ ਕਹਿ ਰਹੇ ਨੇ ਪਾਰਟੀ ਤਾਂ ਤੁਹਾਡੇ ਨਾਲ ਖੜੀ ਹੈ, ਕਿ ਪਾਰਟੀ ਯੂਥ ਕਾਂਗਰਸ ਅਗਰ ਕੱਲ ਨੂੰ ਕੋਈ ਸਟੈਪ ਚੱਕਦੀ ਹੈ, ਕੀ ਤੁਹਾਡੀ ਪਾਰਟੀ ਨਾਲ ਨਹੀਂ ਖੜੀ? ਨਹੀਂ, ਦੇਖੋ ਮੈਂ ਕਹਿੰਦਾ ਰਵਨੀਤ ਬਿੱਟੂ ਜੀ ਬੜੇ ਸਤਿਕਾਰਯੋਗ ਆ, ਉਹਨਾਂ ਦੇ ਨਾਲ ਉਹ ਨਾਰੇ ਮਾਰਨ ਨੂੰ ਕਹਿਣਗੇ, ਨਾਰਾ ਮਾਰਨ ਨੂੰ ਵੀ ਕਰਾਂਗੇ, ਸਾਰਾ ਕੁਝ ਕਰਾਂਗੇ। ਲੇਕਿਨ ਇਹ ਮਸਲੇ ਦੇ ਉੱਤੇ ਸਾਡੇ ਇਹ ਮਤਭੇਦ ਆ ਵੀ ਯੂਥ ਨੂੰ ਅਗਰ ਆਪਾਂ ਮੈਸੇਜ ਕੀ ਜਾਊਗਾ ਵੀ ਪਰਚਿਆਂ ਦੇ ਨਾਲ ਅਸੀਂ ਸਿੰਗਰਾਂ ਤੇ ਪਰਚੇ, ਅਸੀਂ ਇਹ ਜਦ ਤੱਕ ਅਸੀਂ ਇਹ ਦੱਸਣ ਯੋਗ ਨਹੀਂ ਹੁੰਦੇ ਵੀ ਅਸੀਂ ਇਹਨਾਂ ਤੇ ਪਰਚੇ ਕਿਉਂ ਕਰਾ ਰਹੇ ਆ ਮੱਦੇ ਆ ਫਿਰ ਨੌਜਵਾਨਾਂ ਦੀ ਇੱਕ ਰਾਏ ਬਣਨੀ ਚਾਹੀਦੀ ਆ, ਸੈਂਟੀਮੈਂਟ ਬਣਨੀ ਚਾਹੀਦੀ। ਮੈਂ ਕਹਿੰਦਾ ਕਿ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜੈਜ਼ੀ ਵੀ ਹੈਗੇ ਨੇ ਆਪਣੇ ਗਾਣੇ ਦੇ ਵਿੱਚ ਜਿਹੜਾ ਹੈਗਾ ਜਿਹੜੇ ਖਾਲਿਸਤਾਨ ਦੇ ਝੰਡੇ ਨੇ ਜਾਂ ਫਿਰ ਉਹਦੇ ਵਿੱਚ ਸ਼ਰੇਆਮ ਅਸਲੇ ਫੜੇ ਹੋਏ ਨੇ। ਉਹ ਕਹਿੰਦੇ ਮੇਰਾ ਰੋਸ਼ ਆਇਆ ਤਾਂ ਪ੍ਰਮੋਟ ਕਰ ਰਹੇ ਨੇ ਸਿੱਧਾ ਹੀ। ਬਿਲਕੁਲ ਠੀਕ ਆ, ਹੋਣਾ ਚਾਹੀਦਾ, ਸਾਰਾ ਕੁਝ ਹੋਣਾ ਚਾਹੀਦਾ। ਲੇਕਿਨ ਮੈਂ ਫਿਰ ਤੁਹਾਨੂੰ ਇਹ ਗੱਲ ਕਹਿ ਰਿਹਾ, ਅਸੀਂ ਐਜ਼ ਅ ਯੂਥ ਕਾਂਗਰਸ ਅਸੀਂ ਇਸ ਚੀਜ਼ ਦੀ ਲੋਕਾਂ ਨੂੰ ਇਹ ਦੱਸਣਾ ਚਾਹੀਦਾ, ਸਾਡਾ ਇਹ ਫਰਜ਼ ਹੋਣਾ ਚਾਹੀਦਾ ਵਾ ਵੀ ਇਹਦੇ ਬਾਰੇ ਐਜੂਕੇਟ ਕੀਤਾ ਜਾਏ ਨੌਜਵਾਨਾਂ ਨੂੰ ਵੀ ਇਹਦਾ ਖਾਲਿਸਤਾਨ ਦਾ ਆ ਚੀਜ਼ਾਂ ਅਗਰ ਆਪਾਂ ਗੱਲ ਕਰਾਂਗੇ ਤੇ ਇਹਦਾ ਨੁਕਸਾਨ ਪੰਜਾਬ ਨੂੰ ਕਿਵੇਂ ਹੋਊਗਾ, ਨੌਜਵਾਨਾਂ ਨੂੰ ਕਿਵੇਂ ਹੋਊਗਾ, ਇਹਦੇ ਨਾਲ ਪੰਜਾਬ ਦੀ ਵਿੱਚ ਕੋਈ ਪ੍ਰਫੁੱਲਤਾ ਆਊਗੀ ਜਾਂ ਵਿਕਾਸ ਹੋ ਸਕਦਾ ਜਾਂ ਨਹੀਂ ਹੋ ਸਕਦਾ, ਇਹ ਮੁੱਦਾ ਵਾ। ਅਗਰ ਪਰਚਿਆਂ ਦੇ ਵਿੱਚ ਅਸੀਂ ਪੈ ਜਾਾਂਗੇ ਤੇ ਫਿਰ ਉਹ ਮੁੱਦਾ ਉੱਥੇ ਦਾ ਉੱਥੇ ਬਣ ਕੇ ਰਹਿ ਜਾਊਗਾ। ਕੱਲ ਨੂੰ ਪਰਚਿਆਂ ਨਾਲ ਹੋਇਆ, ਤੁਸੀਂ ਕਿਹਾ ਕਿ ਜੈਜ਼ੀਬੀ ਦਾ ਉਹ ਗਲਤ ਹੈਗਾ, ਤੇ ਫਿਰ ਦੂਸਰਾ ਜਿਹੜਾ ਆਪਣਾ ਦਲਜੀਤ ਦੋਸਾਂਝ ਹੈ, ਰੰਗ ਰੂਟ ਗਾਣਾ ਗਾਇਆ ਜਾਂਦਾ, ਉਹ ਵੀ ਉਸੇ ਦਿਨ ਗਾਇਆ ਜਾਂਦਾ ਕਿ ਜਿਸ ਦਿਨ ਪੂਰੇ ਪੰਜਾਬ ਦੀ ਪੁਲਿਸ ਜਿਹੜੀ ਹੈ ਉਹ ਸੁਰੱਖਿਆ ਦੇ ਵਿੱਚ ਲੱਗੀ ਹੋਈ ਹੈ, ਉਸੇ ਦਿਨ ਉਹ ਗਾਣਾ ਗਾਣਾ ਜ਼ਰੂਰੀ ਸੀਗਾ। ਮੇਰੀ ਬੇਨਤੀ ਇਹ ਆ, 1984 ਜੋ ਸੀ ਉਹ ਇੱਕ ਕੌੜੀ ਸੱਚਾਈ ਆ। ਉਦੋਂ ਬਹੁਤ ਕਤਲੇਆਮ ਹੋਇਆ, ਇਹਦੇ ਅੰਦਰ ਕੋਈ ਦੋ ਰਾਏ ਨਹੀਂ। ਉਹਦੇ ਕਰਕੇ ਨੌਜਵਾਨਾਂ ਦੇ ਵਿੱਚ ਇੱਕ ਸੈਂਟੀਮੈਂਟ ਭੜਕਿਆ, ਖਾਸ ਤੌਰ ਤੇ ਸਿੱਖ ਕਮਿਊਨਿਟੀ ਦੇ ਵਿੱਚ, ਔਰ ਉਸੇ ਤਹਿਤ
ਉਸੇ ਤਹਿਤ ਉਹ ਸੱਚਾਈ ਜੋ ਉਹਨਾਂ ਨੇ ਗੱਲ ਕੀਤੀ ਸੀਗੀ ਵੀ ਹਾਂ ਕਿਵੇਂ ਕਿਵੇਂ ਨੌਜਵਾਨਾਂ ਨਾਲ ਧੱਕੇ ਹੋਏ, ਕਿਵੇਂ ਕਿਵੇਂ ਜਿਹੜੇ ਰਾਂਝੇ ਸੀਗੇ ਉਹਨਾਂ ਨੇ ਕਈਆਂ ਦੀ ਥਾਂ ਦੇ ਉੱਤੇ ਕੀ ਕੁਝ ਕੀਤਾ, ਉਹ ਇੱਕ ਬੈਕਗ੍ਰਾਉਂਡ ਦੇ ਵਿੱਚ ਗਾਣਾ ਸੀਗਾ, ਉਹ ਉਸ ਚੀਜ਼ ਨੂੰ ਹਾਈਲਾਈਟ ਕਰਦਾ ਸੀਗਾ। ਔਰ ਅੱਜ ਵੀ ਤੁਸੀਂ ਵੇਖੋ 1984 ਚ ਜੇ ਇਨਸਾਫ ਦੀ ਗੱਲ ਕਰੋ, ਸਿਆਸੀ ਪਾਰਟੀਆਂ ਫਾਇਦਾ ਬਹੁਤ ਲੈ ਗਈਆਂ, ਭਾਵੇਂ ਉਹ ਅਕਾਲੀ ਦਲ ਹੋਵੇ, ਉਹਨਾਂ ਦਾ ਤਾਂ ਕੁਝ ਨੁਕਸਾਨ ਹੋਇਆ ਬਾਦਲ ਪਰਿਵਾਰ ਦਾ, ਨਾ ਕੁਝ ਹੋਰ, ਲੇਕਿਨ ਆਪਣਾ ਮੁੰਡਾ ਵਿਦੇਸ਼ ਪੜਨ ਭੇਜਤਾ, ਲੇਕਿਨ ਉਹਦਾ ਨੁਕਸਾਨ ਕਿਹਨੂੰ ਹੋਇਆ? ਜਾਂ ਤਾਂ ਉਦੋਂ ਆਪਣਾ ਕੀ ਕਹਿੰਦੇ ਬੇਅੰਤ ਸਿੰਘ ਪਰਿਵਾਰ ਨੂੰ ਉਹਦਾ ਖਮਿਆਜਾ ਭੁਗਤਣਾ ਪਿਆ, ਕਿਸ ਤਰੀਕੇ ਨਾਲ ਸਿਟਿੰਗ ਚੀਫ ਮਿਨਿਸਟਰ ਨਾਲ ਜੋ ਕੁਝ ਹੋਇਆ। ਮੇਰਾ ਸਿਰਫ ਇਹੀ ਕੋਸ਼ਿਸ਼ ਆ, ਅਗਰ ਆਪਾਂ ਪਰਚਾ ਕਰ ਦਾਂਗੇ ਜਾਂ ਇੰਦਰਾ ਗਾਂਧੀ ਦੀ ਜਦੋਂ ਤੁਸੀਂ ਵੇਖੋ ਕਿਸ ਤਰੀਕੇ ਨਾਲ ਉਹਨਾਂ ਨਾਲ ਜੋ ਕੁਝ ਹੋਇਆ, ਸੋ ਇਹਦਾ ਨੁਕਸਾਨ ਵੀ ਕਾਂਗਰਸ ਦੇ ਕੁਝ ਪਰਿਵਾਰਾਂ ਨੂੰ ਝੱਲਣਾ ਪਿਆ, ਲੋਕਾਂ ਨੂੰ ਝੱਲਣਾ ਪਿਆ। ਔਰ ਆਪਣਾ ਕੀ ਕਹਿੰਦੇ ਇਹਦੇ ਵਿੱਚੋਂ ਜਿਨ੍ਹਾਂ ਨੇ ਰਾਜਨੀਤਿਕ ਫਾਇਦੇ ਲਿੱਤੇ ਉਹ ਅੱਜ ਫਿਰ ਸੈਂਟੀਮੈਂਟ ਨੂੰ ਭੜਕਾਣਗੇ, ਅੱਜ ਪਰਚਾ ਕਰਾਣਗੇ, ਉਹ ਫਿਰ ਇਸ ਚੀਜ਼ ਨੂੰ ਭੜਕਾ ਕੇ ਇਸ ਚੀਜ਼ ਦਾ ਮਸਲੇ ਦਾ ਹੱਲ ਨਹੀਂ ਅਸੀਂ ਕਰ ਸਕਾਂਗੇ। ਰਵਨੀਤ ਸਿੰਘ ਬਿੱਟੂ ਤੋਂ ਬੈਟਰ ਕੋਈ ਨਹੀਂ ਇਸ ਚੀਜ਼ ਨੂੰ ਸਮਝਾ ਸਕਦਾ, ਕਿਉਂਕਿ ਉਹ ਸ਼ੁਰੂ ਤੋਂ ਇਸ ਚੀਜ਼ ਨੂੰ ਰਹੇ ਆ। ਮੈਂ ਫਿਰ ਤੁਹਾਨੂੰ ਕਹਿੰਦਾ ਅਸੀਂ ਰਵਨੀਤ ਸਿੰਘ ਬਿੱਟੂ ਜੀ ਦੇ ਕਹਿੰਦੇ ਮੈਂ ਬਹੁਤ ਸਿਆਹ ਹੈਗਾ, ਲੇਕਿਨ ਹੁਣ ਨਹੀਂ ਸਹਿਣਾ, ਪੰਜਾਬ ਨੂੰ ਸਹਿਣ ਨਹੀਂ ਦੇਣਾ। ਬਿਲਕੁਲ ਠੀਕ ਆ, ਕਿਸੇ ਨੇ ਵੀ ਨਹੀਂ ਸਹਿਣ ਦੇਣਾ, ਅਸੀਂ ਉਹਨਾਂ ਨਾਲ ਡਟ ਕੇ ਖੜੇ ਆ। ਲੇਕਿਨ ਜਿਹੜੀ ਪਰਚਿਆਂ ਦੀ ਰਾਜਨੀਤੀ ਨਾਲ ਰਵਨੀਤ ਸਿੰਘ ਬਿੱਟੂ ਜੀ ਨੂੰ ਅਸੀਂ ਉਲਟਾ ਨੌਜਵਾਨਾਂ 'ਚ ਲੈ ਕੇ ਜਾਵਾਂਗੇ, ਅਸੀਂ ਉਹਨਾਂ ਤੋਂ ਅਪੀਲ ਕਰਾਂਗੇ, ਜੇ ਅਸੀਂ ਨੌਜਵਾਨ ਇਕੱਠੇ ਕਰਾਂਗੇ ਔਰ ਉਹਨਾਂ ਨੂੰ ਕਵਾਂਗੇ ਵੀ ਹਾਂ ਇਹਦੇ ਬਾਰੇ ਦੱਸੋ ਵੀ ਇਹਦਾ ਕਿਵੇਂ ਨੁਕਸਾਨ ਆ, ਕੀ ਫਾਇਦਾ ਵਾ। ਨੌਜਵਾਨਾਂ ਨੂੰ ਐਜੂਕੇਟ ਕਰਨ ਦੀ ਲੋੜ ਆ। ਅੱਜ ਤੁਸੀਂ ਵੇਖੋ ਗਾਣਿਆਂ ਦੇ, ਹੁਣੇ ਆਪਾਂ ਗੱਲ ਕਰਦੇ ਇੰਨੇ ਵਿਊਜ਼, ਇੰਨੇ ਹਥਿਆਰਾਂ ਦੇ ਗਾਣਿਆਂ ਦੇ, ਉਹ ਕਿਉਂ ਹੁੰਦੇ? ਕਿਉਂਕਿ ਨੌਜਵਾਨ ਨੂੰ ਆਪਾਂ ਉਸ ਸੈਂਟੀਮੈਂਟ ਮੈਸੇਜ ਨਹੀਂ ਗਲਤ ਚਲਾ ਗਿਆ ਯੂਥ ਦਾ, ਦੂਸਰੀ ਪਾਰਟੀਆਂ ਦੇ ਵਿੱਚ ਵੀ, ਆਪਣੀ ਪਾਰਟੀ ਦੇ ਵਿੱਚ ਵੀ ਇੱਕ ਸਾਂਸਦ ਨੇ ਕਿਹਾ ਔਰ ਤੁਹਾਡਾ ਪ੍ਰਧਾਨ ਵੀ ਸੀ, ਉਹਨੇ ਕਿਹਾ ਕਿ ਪਰਚੇ ਦਰਜ ਕਰਵਾਓ ਕਿ ਆਪਾਂ ਖਾਲਿਸਤਾਨ ਨੂੰ ਇੱਥੇ ਨਹੀਂ ਪਨਪ ਦੇਣਾ ਹੈਗਾ, ਤੇ ਉਸ ਤੋਂ ਬਾਅਦ ਯੂਥ ਕਾਂਗਰਸ ਨੇ ਵਿਰੋਧ ਕਰਤਾ, ਕੋਰੀ ਨਾ ਕਰਤੀ। ਇਹ ਮੈਸੇਜ ਕਿਸ ਤਰ੍ਹਾਂ ਦਾ ਗਿਆ? ਨਹੀਂ ਦੇਖੋ, ਮੈਂ ਫਿਰ ਉਹੀ ਤੁਹਾਨੂੰ ਤਾਂ ਹੀ ਮੈਂ ਹਰ ਵਾਰ ਕਲੀਅਰ ਕਰ ਰਿਹਾ ਵੀ ਉਹ ਮੇਰੇ ਬੜੇ ਸਤਿਕਾਰਯੋਗ ਲੀਡਰ ਆ, ਮੈਨੂੰ ਨਾਰੇ ਮਾਰਨ ਨੂੰ ਕਹਿਣਗੇ, ਮੈਂ ਨਾਰੇ ਵੀ ਉਹਨਾਂ ਦੇ ਕਰਕੇ ਮਾਰੂੰਗਾ, ਲੇਕਿਨ ਆਫੀਸ਼ੀਅਲੀ ਇਸ ਲਾਈਨ ਦੇ ਉੱਤੇ ਅਸੀਂ ਕਲੀਅਰ ਹੈਗੇ ਆ ਵੀ ਅਗਰ ਅਸੀਂ ਪਰਚਿਆਂ ਵਾਲੇ ਪਾਸੇ ਨੂੰ ਚੱਲਾਂਗੇ ਤੇ ਫਿਰ ਇੱਕ ਇਹੀ ਕੰਮ ਕਰਦੇ ਰਵਾਂਗੇ। ਅਸੀਂ ਯੂਥ ਆਰਗੇਨਾਈਜੇਸ਼ਨ ਇਹ ਮੈਸੇਜ ਨਹੀਂ ਦੇਣਾ ਚਾਹੁੰਦੇ, ਅਸੀਂ ਇਸ ਬਾਰੇ ਲੋਕਾਂ ਨੂੰ ਐਜੂਕੇਟ ਕਰਨਾ ਚਾਹੁੰਦੇ ਹਾਂ। ਯੂਥ ਨੇ ਵੀ ਤੁਹਾਨੂੰ ਕਿਹਾ ਸੀਗਾ, ਤੁਸੀਂ ਯੂਥ ਨਾਲ ਮੀਟਿੰਗ ਕੀਤੀ, ਯੂਥ ਨੇ ਕੀ ਆਵਾਜ਼ ਦਿੱਤੀ ਇਸ ਮਾਮਲੇ ਦੇ ਉੱਪਰ? ਸਾਡੀ ਪਾਰਟੀ 'ਚ ਆਪਸ 'ਚ ਮੀਟਿੰਗ ਹੋਈ ਸੀ ਔਰ ਉਹਨਾਂ ਸਾਰਿਆਂ ਦੀ ਇਸ ਚੀਜ਼ ਦੇ ਉੱਤੇ ਕਈਆਂ ਦੀ ਰਾਏ ਬਣੀ ਸੀਗੀ ਵੀ ਆਪਾਂ ਇਸ ਮੁੱਦੇ ਨੂੰ ਪਰਚਿਆਂ ਰਾਹੀਂ ਨਾ ਲੈ ਕੇ ਜਾਈਏ, ਆਪਾਂ ਇਸ ਮੁੱਦੇ ਦੀ ਗੱਲ ਕਰੀਏ, ਨੌਜਵਾਨਾਂ ਜਾ ਕੇ ਇੰਟੈਲੈਕਚੁਅਲਸ ਨੂੰ ਲਿਆਈਏ, ਆਈਡੀਓਲੌਗਸ ਨੂੰ ਲਿਆਈਏ ਔਰ ਇਹਨਾਂ ਦੇ ਉੱਤੇ ਨੌਜਵਾਨਾਂ ਨੂੰ ਆਪਾਂ ਐਜੂਕੇਟ ਕਰਨ ਦੀ ਗੱਲ ਕਰੀਏ। ਅਗਰ ਆਪਾਂ ਪਰਚੇ ਵਾਲੇ ਪਾਸੇ ਨੂੰ ਜਾਵਾਂਗੇ ਤੇ ਨੌਜਵਾਨ ਦਾ ਸੈਂਟੀਮੈਂਟ ਹੋਰ ਭੜਕੂਗਾ, ਉਲਟਾ ਹੋਰ ਪ੍ਰੈਸ਼ਰ ਨਾਲ ਆਊਗਾ, ਉਹ ਸਮਝਣ ਦੀ ਬਜਾਏ ਉਹਦੇ ਲੜਾਈ ਦੇ ਵਿੱਚ ਹੀ ਪੈ ਜਾਾਂਗੇ, ਪਰਚੇ ਕਰਾਤੇ ਜੀ ਆਹ ਹੋ ਗਿਆ। ਅਸੀਂ ਉਸ ਸੈਂਟੀਮੈਂਟ ਦੇ ਨਹੀਂ ਖਿਲਾਫ, ਅਸੀਂ ਉਸ ਸੈਂਟੀਮੈਂਟ ਦੇ ਜੋ ਤੁਸੀਂ ਕਹਿੰਦੇ ਹੋ ਕਿ ਜਿਹੜੇ ਗਾਣੇ ਗਾ ਰਹੇ ਨੇ ਉਹਨਾਂ ਤੇ ਪਰਚੇ ਦਰਜ ਹੋਣ, ਕੁਝ ਵੀ ਕਰੇ, ਇੰਟੈਲੀਜੈਂਸ ਕੰਮ ਕਰੇ, ਲੇਕਿਨ ਯੂਥ ਕਾਂਗਰਸ ਨੂੰ ਵਿੱਚ ਨਾ ਉਲਝਾਇਆ ਜਾਏ। ਸਾਨੂੰ ਇਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਯੂਥ ਕਾਂਗਰਸ ਜਿਹੜੀ ਇਹ ਪਰਚਿਆਂ ਦੀ ਰਾਜਨੀਤੀ ਆ ਇਹਦੇ ਤੋਂ ਅਸੀਂ ਪਰੇ ਰਹਿਣਾ ਚਾਹੁੰਦੇ ਆ। ਹੁਣ ਮੇਰੀ ਗੱਲ ਸੁਣੋ, ਪਰਚਾ ਜਾ ਕੇ ਦੇ ਦੇਣਾ, ਹਾਂਜੀ ਕੰਪਲੇਂਟ ਆ ਜੀ, ਉਸ ਮੁੱਦੇ ਦੀ ਸਮਝ ਹੋਣੀ ਚਾਹੀਦੀ, ਉਸ ਮੁੱਦੇ ਨੂੰ ਕਿਵੇਂ ਉਸ ਚੀਜ਼ ਨੇ ਨੁਕਸਾਨ ਕੀਤਾ, ਕਿਵੇਂ ਉਹ ਚੀਜ਼ਾਂ ਨੇ ਪੰਜਾਬ ਦਾ ਨੁਕਸਾਨ ਕੀਤਾ। ਨੌਜਵਾਨਾਂ ਨੂੰ 1 ਮਿੰਟ ਚ ਆਪਾਂ ਕਹਿ ਤਾਂ ਦਈਦਾ, ਲੇਕਿਨ ਕਈ ਤੁਸੀਂ ਵੇਖੋ ਅੱਜ ਕਈ ਲੋਕ ਆਪਣਾ ਕੀ ਕਹਿੰਦੇ ਟੀ-ਸ਼ਰਟਾਂ ਪਾਈ ਫਿਰਦੇ ਆ, ਕਿਸੇ ਨੇ ਆਪਣਾ ਕਹਿੰਦੇ ਭਿੰਡਰਾਂ ਵਾਲੇ ਦੀ ਫੋਟੋ ਲੱਗੀ ਹੁੰਦੀ ਆ, ਕਿਸੇ ਕੋਈ ਕਿਸੇ ਲੇਕਿਨ ਲੋਕ ਉਹਨਾਂ ਨੂੰ ਫੋਲੋ ਨਹੀਂ ਕਰਦੇ। ਸਿੰਗਰਸ ਨੂੰ ਲੱਖਾਂ ਕਰੋੜਾ ਜਿਹੜੇ ਸਾਡੇ ਯੂਥ ਹੈ ਉਹ ਫੋਲੋ ਕਰਦਾ ਹੈ। ਅਗਰ ਉਹ ਕੋਈ ਜੀਪ ਨਵੀਂ ਲੈ ਕੇ ਆਂਦਾ ਤਾਂ ਯੂਥ ਵੀ ਉਹ ਜੀਪ ਖਰੀਦ ਕੇ ਉਹਦੇ ਉੱਪਰ ਹੀ, ਉਸੇ ਗਾਣੇ ਦੇ ਉੱਪਰ ਜਿਹੜਾ ਇੱਕ ਟ੍ਰੈਂਡ ਚਲਾਉਂਦਾ ਹੈ। ਬਿਲਕੁਲ, ਉਹਨਾਂ ਨੇ ਸ਼ਾਇਦ ਕਿਸੇ ਸਿੰਗਰ ਦਾ ਪੈਸੇ ਕਮਾਉਣ ਦਾ ਮਕਸਦ ਹੋ ਸਕਦਾ, ਕਿਸੇ ਸਿੰਗਰ ਦਾ ਉਹ ਹੋ ਸਕਦਾ, ਲੇਕਿਨ ਅਗਰ ਆਪਾਂ ਉਸ ਚੀਜ਼ ਨੂੰ ਐ ਦਬਾਵਾਂਗੇ ਤੇ ਫਿਰ ਨਾ ਤਾਂ ਅਸੀਂ ਮਕਸਦ ਸਮਝਾ ਪਾਵਾਂਗੇ ਔਰ ਨਾ ਹੀ ਅਸੀਂ ਉਸ ਨੌਜਵਾਨ ਨੂੰ ਵਾਪਸ ਮੇਨ ਸਟ੍ਰੀਮ ਵੱਲ ਨੂੰ ਲੈ ਕੇ ਆ ਸਕਾਂਗੇ। ਉਹ ਨੌਜਵਾਨ ਕਿਵੇਂ, ਅਗਰ ਪਰਚਿਆਂ ਨਾਲ ਹੀ ਸਾਰਾ ਕੁਝ ਖਤਮ ਹੁੰਦਾ ਵਾ ਤੇ ਫਿਰ ਤਾਂ ਸਾਰੀ ਚੀਜ਼ਾਂ ਤੇ ਪਰਚੇ ਕਰਾ ਦਿਓ, ਸ਼ਰਾਬ ਤੇ ਪਰਚੇ ਕਰਾ ਦਿਓ, ਆਪਣਾ ਕੀ ਕਹਿੰਦੇ ਇਹਨਾਂ ਚੀਜ਼ਾਂ ਤੇ ਫਿਰ ਹਟ ਗਈਆਂ ਚੀਜ਼ਾਂ। ਅਗਰ ਕੋਈ ਚੀਜ਼ਾਂ ਤੋਂ ਹਟਾਉਣ ਦਾ ਅਗਰ ਇਹ ਜ਼ਰੀਆ ਵਾ ਫਿਰ ਤਾਂ ਕਰਾ ਦਿਓ ਪਰਚੇ। ਮੈਂ ਤਾਂ ਕਹਿੰਦਾ ਇਹ ਚੀਜ਼ ਹਟ ਜਾਣੀ ਚਾਹੀਦੀ ਹੈ। ਮੈਂ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਰਵਨੀਤ ਸਿੰਘ ਬਿੱਟੂ ਨੇ ਉਹਨਾਂ ਨੂੰ ਵੀ ਕਾਫੀ ਦੁੱਖ ਹੋਊਗਾ ਕਿ ਮੈਂ ਇੱਕ ਡਿਊਟੀ ਲਾਈ ਸੀ, ਇੱਕ ਜਾਂ ਆਵਾਜ਼ ਦਿੱਤੀ ਸੀਗੀ ਮੇਰੇ ਨਾਲ ਖੜੇ ਯੂਥ ਕਾਂਗਰਸ, ਲੇਕਿਨ ਯੂਥ ਕਾਂਗਰਸ ਜਿਹੜੀ ਹੈ ਉਹ ਨਾਲ ਨਹੀਂ ਖੜੀ, ਕਿਤੇ ਨਾ ਕਿਤੇ ਜਿਹੜੀ ਹਾਰ ਮਿਲੀ ਹੈ ਜਿਹੜੇ ਦੋਨੋਂ ਸਿੰਗਰਸ ਦੇ ਸਾਹਮਣੇ, ਕਿ ਪਿੱਠ ਲੱਗੀ ਦੋਨੋਂ ਸਿੰਗਰ ਦੇ ਸਾਹਮਣੇ ਕਿ ਮੈਂ ਆਪਣੇ ਯੂਥ ਨੂੰ ਕਿਹਾ ਕਿ ਉੱਠ ਕੇ ਪਰਚੇ ਦਰਜ ਕਰਵਾਓ ਤੇ ਉਹਨਾਂ ਨੇ ਪਰਚੇ ਨਹੀਂ ਦਰਜ। ਰਵਨੀਤ ਬਿੱਟੂ ਦੀ ਅਸੀਂ ਨਾ ਪਿੱਠ ਲੱਗਣ ਦੇਵਾਂਗੇ ਔਰ ਨਾ ਰਵਨੀਤ ਬਿੱਟੂ ਨੂੰ ਅਸੀਂ ਕਦੀ ਹਾਰਨ ਦੇਵਾਂਗੇ। ਰਵਨੀਤ ਬਿੱਟੂ ਨਾਲ ਡਟ ਕੇ ਖੜਾਂਗੇ, ਲੇਕਿਨ ਆ ਪਰਚਿਆਂ ਦੇ ਨਾਲ ਅਗਰ ਉਹਨਾਂ ਦੀ ਹਾਰ ਹੁੰਦੀ ਹੋਵੇ ਤੇ ਉਹ 3 ਟਾਈਮ MP ਨਾ ਹੁੰਦੇ ਹੋਣ। ਅਸੀਂ ਉਹਨਾਂ ਨੂੰ ਉਲਟਾ ਇਸ ਮੁਹਿੰਮ ਦੇ ਵਿੱਚ ਅਸੀਂ ਉਹਨਾਂ ਨੂੰ ਆਪਣਾ ਲੀਡਰ ਮੰਨਦੇ ਆ। ਅਸੀਂ ਉਹਨਾਂ ਨੂੰ ਨੌਜਵਾਨਾਂ ਵਿੱਚ ਲੈ ਕੇ ਜਾਵਾਂਗੇ ਔਰ ਇਹ ਕਵਾਂਗੇ ਵੀ ਹਾਂ ਇਸ ਤੋਂ ਵੱਧ ਬਲੀਦਾਨ ਕਿਸੇ ਪਰਿਵਾਰ ਨੇ ਨਹੀਂ ਦਿੱਤਾ, ਵੀ ਇਹਨਾਂ ਦੀਆਂ ਗੱਲਾਂ ਸੁਣੋ ਵੀ ਇਹਦੇ ਫਾਇਦੇ ਨੁਕਸਾਨ ਕੀ ਆ। ਮੇਰਾ ਵੀ ਉਹੀ ਮੁੱਦਾ ਵਾ ਜੋ ਰਵਨੀਤ ਬਿੱਟੂ ਜੀ ਦਾ ਮੁੱਦਾ ਵਾ, ਲੇਕਿਨ ਸਿਰਫ ਤਰੀਕਾ ਵੱਖਰਾ ਹੋ ਸਕਦਾ। ਅਸੀਂ ਜਿਹੜਾ ਤਰੀਕਾ ਵਾ ਉਹਦੇ ਨਾਲ ਸਹਿਮਤ ਨਹੀਂ ਹੈਗੇ। ਅਸੀਂ ਇਹ ਨਹੀਂ ਕਹਿੰਦੇ ਵੀ ਉਹਦੇ ਤੇ ਪਰਚਾ ਹੋਣਾ ਚਾਹੀਦਾ ਜਾਂ ਇਹ ਹੋਣਾ ਚਾਹੀਦਾ। ਅਸੀਂ ਤਾਂ ਕਹਿੰਦੇ ਆ ਵੀ ਹਾਂ ਆਓ ਬਈ ਦੱਸੋ, ਸਾਡੇ ਨਾਲ ਗੱਲ ਕਰੋ, ਰਵਨੀਤ ਬਿੱਟੂ ਨਾਲ ਗੱਲ ਕਰਨ ਨੌਜਵਾਨ ਆ ਕੇ ਵੀ ਹਾਂਜੀ ਨਵਨੀਤ ਬਿੱਟੂ ਤੋਂ ਵਧੀਆ ਕੋਈ ਨਹੀਂ ਸਮਝਾ ਸਕਦਾ ਇਸ ਮਸਲੇ ਨੂੰ।
ਰਵਨੀਤ ਬਿੱਟੂ ਨੇ ਜਿੰਨਾ ਇਹਦੇ ਵਿੱਚ ਰਵਨੀਤ ਬਿੱਟੂ ਨੇ ਸਮਝਿਆ ਹੋਣਾ, ਤਾਂ ਹੀ ਉਹਨੇ ਕਿਹਾ ਕਿ ਇਹ ਕੰਮ ਬਾਹਰ ਹੋ ਰਿਹਾ ਹੈ। ਹਾਂ ਠੀਕ ਆ, ਹਰ ਚੀਜ਼ ਉਹ ਕਹਿ ਰਹੇ ਆ, ਸਾਰੀ ਮੰਨ ਰਹੇ ਆ, ਲੇਕਿਨ ਅਸੀਂ ਇਸ ਚੀਜ਼ ਨਾਲ ਅਫੀਸ਼ੀਅਲੀ ਕਿਸੇ ਦਾ ਮੈਂ ਕਿਸੇ ਨੂੰ ਰੋਕ ਨਹੀਂ ਰਿਹਾ। ਕੋਈ ਵੀ ਯੂਥ ਕਾਂਗਰਸ ਦਾ ਪ੍ਰਧਾਨ ਸੈਂਟੀਮੈਂਟ ਉਹਦਾ ਹੈਗਾ, ਉਹ ਦੇ ਸਕਦਾ, ਲੇਕਿਨ ਅਫੀਸ਼ੀਅਲੀ ਮੈਂ ਤੁਹਾਨੂੰ ਕਹਿ ਰਿਹਾ, ਅਫੀਸ਼ੀਅਲੀ ਅਸੀਂ ਇਸ ਚੀਜ਼ ਦੇ ਉੱਤੇ ਪਰਚਾ ਐਜ਼ ਅ ਯੂਥ ਕਾਂਗਰਸ ਆਫਿਸ ਬੇਰਰ ਉਹ ਨਹੀਂ ਦੇਣਾ ਚਾਹੀਦਾ। ਅਗਰ ਦੇਣਾ ਚਾਹੀਦਾ ਪਰਚਾ ਤੇ ਉਹ ਆਪਣਾ ਕੀ ਕਹਿੰਦੇ ਇਸ ਤਰੀਕੇ ਨਾਲ ਦੇਣਾ ਚਾਹੀਦਾ ਵਾ। ਮੈਂ ਫਿਰ ਤੁਹਾਨੂੰ ਕਲੀਅਰ ਕਰ ਦਿੰਦਾ, ਕੋਈ ਵੀ ਆਫਿਸ ਬੇਰਰ ਪਰਚਾ ਦੇ ਸਕਦਾ, ਲੇਕਿਨ ਐਜ਼ ਅ ਅਫੀਸ਼ੀਅਲ ਜੋ ਯੂਥ ਕਾਂਗਰਸ ਦਾ ਸਟੈਂਡ ਆ ਉਹ ਇਹਦੇ ਤੇ ਕਲੀਅਰ ਹੈਗਾ ਵਾ। ਤੇ ਤੁਹਾਡੀ ਰਵਨੀਤ ਸਿੰਘ ਬਿੱਟੂ ਨਾਲ ਗੱਲ ਹੋਈ ਇਸ ਮੁਤਲਕ ਕਿ ਆਹ ਚੀਜ਼ ਹੈਗੀ ਹੈ, ਯੂਥ ਕਾਂਗਰਸ ਨੂੰ ਇਹ ਪਸੰਦ ਨਹੀਂ ਆਈ ਕਿ ਯੂਥ ਕਾਂਗਰਸ ਨੂੰ ਇਹਦੇ ਵਿੱਚ ਨਾ ਉਲਝਾਇਆ ਜਾਏ, ਉਹਨਾਂ ਨਾਲ ਗੱਲ ਹੋਈ? ਨਹੀਂ, ਮੇਰੀ ਗੱਲ ਨਹੀਂ ਹੋਈ ਇਸ ਮਸਲੇ ਦੇ ਉੱਤੇ ਉਹਨਾਂ ਨਾਲ, ਲੇਕਿਨ ਮੇਰੇ ਹਿਸਾਬ ਨਾਲ ਅਸੀਂ ਉਹਨਾਂ ਨੂੰ ਕਹਿ ਦਾਂਗੇ ਵੀ ਹਾਂ ਵੀ ਬਾਈ ਜੀ ਅਸੀਂ ਪਰਸਨਲ ਤੌਰ ਦੇ ਉੱਤੇ ਭਾਵੇਂ ਅਗਰ ਕੋਈ ਯੂਥ ਕਾਂਗਰਸ ਦੇ ਮੁੰਡੇ ਆ ਉਹ ਜ਼ਰੂਰ ਦੇ ਸਕਦੇ ਪਰਚੇ, ਸਾਰਾ ਕੁਝ ਕਰ ਸਕਦੇ, ਲੇਕਿਨ ਅਫੀਸ਼ੀਅਲੀ ਅਸੀਂ ਇਸ ਚੀਜ਼ ਦੇ ਉੱਤੇ ਅਸੀਂ ਸਿਰਫ ਤਰੀਕੇ ਤੋਂ ਥੋੜਾ ਵੱਖ ਕਰਨਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਵੀ ਪਰਚੇ ਹੋਣ, ਸਾਰਾ ਕੁਝ ਹੋਵੇ, ਲੇਕਿਨ ਐਵੇਂ ਹੀ ਹੋਵੇ। ਪਰਚੇ ਤਾਂ ਸਿੱਧੂ ਮੂਸੇਵਾਲੇ ਤੇ ਵੀ ਹੋਏ ਨੇ, ਉਹ ਵੀ ਤਾਂ ਯੂਥ ਹੈ ਸਾਡਾ, ਮਤਲਬ ਕਿ ਕਿਹਾ ਜਾਏ ਪੰਜਾਬ ਦਾ, ਅਗਰ ਉਹ ਸਾਡੇ ਯੂਥ ਨੇ, ਇਹ ਵੀ ਯੂਥ ਹੈ ਸਾਡਾ, ਇਹਦੇ ਵੀ ਪਰਚੇ, ਆਮ ਐਕਟ ਦਾ ਪਰਚਾ ਦਰਜ ਹੋਇਆ। ਤੁਸੀਂ ਕਿਹਾ ਕਿ ਜਿਹੜੀ ਜਾਣਬੁੱਝ ਕੇ ਨਹੀਂ, ਜਾਣੇ ਅਣਜਾਣੇ ਜਾਂ ਕਿਸੇ ਵੀ ਤਰ੍ਹਾਂ ਹੋਗੀ, ਲੇਕਿਨ ਸਿੱਧੂ ਮੂਸੇਵਾਲੇ ਤੇ ਤਾਂ ਪਰਚਾ ਦਰਜ ਹੋ ਗਿਆ, ਉਹਦੇ ਤੇ ਤੁਸੀਂ ਹੁਣ ਕੀ ਕਹੋਗੇ? ਇਹਨਾਂ ਦੋਨਾਂ ਦਾ ਤੁਸੀਂ ਕਹਿ ਰਹੇ ਹੋ ਕਿ ਯੂਥ ਕਾਂਗਰਸ ਪਰਚਾ ਨਹੀਂ ਦਰਜ ਕਰਵਾਏਗੀ, ਉਹਨਾਂ ਤੇ ਉਹਦੇ ਤੇ ਪਰਚਾ ਦਰਜ ਹੋਇਆ ਸਿੱਧੂ ਮੂਸੇਵਾਲੇ ਤੇ। ਪਹਿਲੀ ਗੱਲ ਤਾਂ ਯੂਥ ਕਾਂਗਰਸ ਕੰਪਲੇਂਟ ਦੇ ਸਕਦੀ ਆ, ਪਰਚੇ ਨਹੀਂ ਦਰਜ ਕਰਾ ਸਕਦੀ। ਕੰਪਲੇਂਟਾਂ ਕੋਈ ਦੇਣਾ ਚਾਹੁੰਦਾ, ਕੋਈ ਪਰਚਾ ਤਾਂ ਦਰਜ, ਕੰਪਲੇਂਟ ਕਰਵਾਉਣਾ ਯਾਨੀ ਕਿ ਸਰਕਾਰ ਤੁਹਾਡੀ ਹੈ ਤੇ ਪਰਚਾ ਤਾਂ ਦਰਜ ਹੋ ਹੀ ਜਾਣਾ। ਸਿਰਫ ਇਹੀ ਕਹਿ ਰਿਹਾ, ਨਹੀਂ ਇਹ ਨਹੀਂ ਹੁੰਦਾ ਵੀ ਸਰਕਾਰ ਸਾਡੀ ਤੇ ਅਸੀਂ ਜਿੱਤੇ ਮਰਜ਼ੀ ਪਰਚਾ ਕਰਾ ਦਈਏ। ਮੇਰਾ ਸਿਰਫ ਇੰਨਾ ਕਿ ਇਹਦੇ ਵਿੱਚ ਆਪਣਾ ਸਬਮਿਸ਼ਨ ਹੈਗੀ ਆ ਵੀ ਅਗਰ ਕੋਈ ਗਲਤ ਕਰਦਾ ਉਹਦੇ ਤੇ ਪਰਚੇ ਹੋਣੇ ਚਾਹੀਦੇ ਆ। ਲੇਕਿਨ ਤਪਿਨ ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ। ਸਬਰਿੰਦਰ ਢਿੱਲੋਂ ਨੂੰ ਅਸੀਂ ਸੁਣਿਆ ਲਾਈਵ, ਸਾਡੇ ਦਰਸ਼ਕ ਦੇਖ ਰਹੇ ਸਨ, ਉਹਨਾਂ ਨੇ ਕਿਹਾ ਕਿ ਪਰਚੇ ਦਰਜ ਕਰਾਉਣਾ ਕੋਈ ਹੱਲ ਨਹੀਂ ਹੈ ਕਿਸੇ ਚੀਜ਼ ਦਾ, ਪਰਚਿਆਂ ਦੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਮੋੜਵਾਂ ਜਵਾਬ ਉਹਨਾਂ ਨੇ ਜ਼ਰੂਰ ਦਿੱਤਾ ਹੈ ਰਵਨੀਤ ਸਿੰਘ ਬਿੱਟੂ ਨੂੰ, ਲੇਕਿਨ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਰਵਨੀਤ ਸਿੰਘ ਬਿੱਟੂ ਦੇ ਨਾਲ ਅਸੀਂ ਬਿਲਕੁਲ ਖੜੇ ਹਾਂ ਔਰ ਖਾਲਿਸਤਾਨ ਨੂੰ ਬਿਲਕੁਲ ਪਨਪਨ ਨਹੀਂ ਦਿੱਤਾ ਜਾਏਗਾ, ਲੇਕਿਨ ਪਰਚੇ ਦਰਜ ਕਰਾਉਣ ਦੇ ਉਹ ਹੱਕ ਦੇ ਵਿੱਚ ਨਹੀਂ ਨੇ। ਫਿਲਹਾਲ ਅੱਗੇ ਵਧਾਂਗੇ, ਕੁਝ ਹੋਰ ਖਾਸ ਖਬਰਾਂ ਦਾ ਰੁਖ ਕਰਾਂਗੇ। ਗੱਲ ਕਰਾਂਗੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਵੀ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਕਰਾਰਾ ਜਵਾਬ ਦਿੱਤਾ। ਦਰਅਸਲ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ। ਸਾਂਸਦ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਗਾਇਕ ਜੈਜ਼ੀ ਬੀ ਅਤੇ ਦਿਲਜੀਤ ਦੋਸਾਂਝ ਦੇ ਖਿਲਾਫ ਪਰਚਾ ਦਰਜ ਕਰਾਉਣ ਦੇ ਲਈ ਆਖਿਆ ਔਰ ਸਾਂਸਦ ਰਵਨੀਤ ਸਿੰਘ ਬਿੱਟੂ ਦਾ ਇਲਜ਼ਾਮ ਹੈ ਕਿ ਪੰਜਾਬੀ ਗਾਇਕ ਜੈਜ਼ੀ ਬੀ ਅਤੇ ਦਿਲਜੀਤ ਦੋਸਾਂਝ ਦੇ ਵੱਲੋਂ ਆਪਣੇ ਗੀਤਾਂ ਦੇ ਜ਼ਰੀਏ ਖਾਲਿਸਤਾਨ ਦਾ ਸਮਰਥਨ ਕੀਤਾ ਜਾ ਰਿਹਾ ਹੈ। ਇਸ ਦਾ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਵੀ ਜਵਾਬ ਦਿੱਤਾ ਔਰ ਗਾਇਕ ਦਿਲਜੀਤ ਦੋਸਾਂਝ ਦੀ ਦਲੀਲ ਹੈ ਕਿ ਬੇਵਜ੍ਹਾ ਮੁੱਦਾ ਬਣਾਇਆ ਜਾ ਰਿਹਾ। ਦਿਲਜੀਤ ਦੋਸਾਂਝ ਨੇ ਕਿਹਾ ਕਿ ਮੇਰੀ 2014 ਦੀ ਫਿਲਮ ਦਾ ਕੋਈ ਗਾਣਾ ਹੈ ਜਿਸ ਨੂੰ ਬੇਵਜ੍ਹਾ ਮੁੱਦਾ ਬਣਾਇਆ ਜਾ ਰਿਹਾ। ਸੈਂਸਰ ਬੋਰਡ ਦੇ ਵੱਲੋਂ ਇਸ ਫਿਲਮ ਨੂੰ ਪਾਸ ਕੀਤਾ ਜਾ ਚੁੱਕਿਆ ਹੈ। ਜਿਹੜੇ ਸਾਡੇ ਲੋਕਾਂ ਦੇ ਵਿਆਹਾਂ ਤੇ ਲੋਕਾਂ ਦੇ ਖੁਸ਼ੀਆਂ ਦੇ ਵਿੱਚ ਲੋਕਾਂ ਨੂੰ ਆਪਣੀ ਫਿਲਮ ਇੰਡਸਟਰੀ ਦੇ ਵਿੱਚ ਜਾ ਕੇ ਤੇ ਲੋਕਾਂ ਨੇ ਉਹਨਾਂ ਨੂੰ ਮਾਣ ਦਿੱਤਾ, ਉਹਨਾਂ ਦਾ ਦੇਸ਼ ਦੁਨੀਆ 'ਚ ਨਾਂ ਬਣਾਇਆ। ਉਹਨਾਂ 'ਚੋਂ ਜੈਜ਼ੀ ਬੀ ਤੇ ਦੂਜਾ ਦਿਲਜੀਤ ਦੋਸਾਂਝ। ਮੈਂ ਹੈਰਾਨ ਹੋ ਗਿਆ। ਮੇਰਾ ਇਹ 'ਚ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦਾ, ਮੇਰਾ ਕੋਈ ਇਹ 'ਚ ਆਪ ਦਾ ਸਵਾਰਥ ਨਹੀਂਗਾ। ਕੋਈ ਸਿਰਫ ਤੇ ਸਿਰਫ ਜੇ ਗੱਲ ਆ ਉਹ ਦੇਸ਼ ਦੀ ਆ, ਦੇਸ਼ ਤੋਂ ਉੱਤੇ ਕੁਛ ਨਹੀਂ। ਜੇ ਆਪਾਂ ਆਪਣੇ ਦੇਸ਼ ਦੇ, ਆਪਣੇ ਮਿੱਟੀ ਦੇ ਨਾ ਬਣ ਸਕੇ, ਆਪਣੀ ਮਾਂ ਦੇ ਨਾ ਬਣ ਸਕੇ, ਤੇ ਮੈਂ ਸਮਝਦਾ ਫਿਰ ਲੱਖ ਲਾਹਨਤ ਆ ਆਪਣੇ ਇਸ ਦੇਸ਼ ਦੀ ਧਰਤੀ ਤੇ ਪੈਦਾ ਹੋਣ ਤੇ। ਜਿਹੜੇ ਸਿੰਗਰ ਉਰਿਓਂ ਤੁਹਾਨੂੰ ਬਣਾਇਆ, ਜਿਨ੍ਹਾਂ ਨੇ ਉਰਿਓਂ ਤੇ ਉਰੇ ਹੀ ਤੁਸੀਂ ਆ ਕੇ ਇੰਡਸਟਰੀ 'ਚ ਕੰਮ ਕਰਨਾ, ਤੇ ਤੁਸੀਂ ਦੋਸਾਂਝ ਸਾਹਿਬ ਕਹਿ ਰਹੇ ਹੋ ਸਾਡੇ ਨੌਜਵਾਨਾਂ ਨੂੰ ਵੀ ਮੋਢੇ ਤੇ ਕਹੀ ਦੀ ਥਾਂ ਬੰਦੂਕ ਰੱਖ ਲਓ, ਰੰਗਰੂਟ ਬਣ ਜਾਓ। ਸੋ ਮੈਂ ਪਹਿਲਾਂ ਤਾਂ ਇਹ ਦੱਸਣਾ ਚਾਹਾਂਗਾ ਕਿ ਜਿਹੜਾ ਮੈਂ ਗਾਣਾ ਗਾਇਆ ਉਹ ਆਲਰੇਡੀ ਇੰਡੀਅਨ ਗਵਰਨਮੈਂਟ ਸੈਂਸਰ ਬੋਰਡ ਤੋਂ ਪਾਸ ਹੈ। ਸੈਕੰਡ ਗੱਲ ਮੈਂ ਤੁਹਾਨੂੰ ਇਹ ਵੀ ਦੱਸਣੀ ਚਾਹੁੰਦਾ ਜੀ ਕਿ ਇਹ ਜਿਹੜੀ ਫਿਲਮ ਦੀ ਗੱਲ ਹੋ ਰਹੀ ਹੈ, ਜਿਹੜੇ ਗਾਣੇ ਦੀ ਗੱਲ ਹੋ ਰਹੀ ਹੈ, ਫਿਲਮ ਪੰਜਾਬ 1984 ਨੂੰ ਇੰਡੀਆ ਵੱਲੋਂ ਨੈਸ਼ਨਲ ਅਵਾਰਡ ਪ੍ਰਾਪਤ ਹੈ। ਸੋ ਜਿਹੜੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ ਹੋਵੇ, ਉਸ ਫਿਲਮ ਦੇ ਗਾਣੇ ਨੂੰ ਜਿਹੜਾ 2014 ਚ ਰਿਲੀਜ਼ ਹੋਇਆ ਹੋਵੇ, ਉਹਨੂੰ ਆਪਣੇ ਸੋਸ਼ਲ ਮੀਡੀਆ ਤੇ ਗਾ ਕੇ ਪਾਉਣ ਦੇ ਖਿਲਾਫ ਅੱਜ ਉਹ ਸਰ ਕਹਿ ਰਹੇ ਨੇ ਕਿ ਪਰਚਾ ਦਰਜ ਹੋਣਾ ਚਾਹੀਦਾ। ਉਹ ਕਿਸ ਤਰ੍ਹਾਂ ਹੁਣ ਹੋ ਸਕਦਾ, ਮੈਨੂੰ ਉਸ ਗੱਲ ਦਾ ਨਹੀਂ ਪਤਾ, ਤੁਸੀਂ ਆਪਣੀ ਰਾਏ ਜ਼ਰੂਰ ਦਿਓ। ਜਿਹੜੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਿਆ ਹੋਵੇ, ਜਿਹੜੀ ਫਿਲਮ ਸੈਂਸਰ ਬੋਰਡ ਤੋਂ ਪਾਸ ਹੋਵੇ, ਜਿਹਦਾ ਹਰ ਇੱਕ ਗਾਣਾ ਸੈਂਸਰ ਬੋਰਡ ਤੋਂ ਪਾਸ ਹੋਵੇ, ਹਰ ਇੱਕ ਸੀਨ ਸੈਂਸਰ ਬੋਰਡ ਤੋਂ ਪਾਸ ਹੋ ਕੇ ਥੀਏਟਰ 'ਚ ਚੱਲਿਆ ਹੋਵੇ, ਅੱਜ ਉਹਨੂੰ ਮੁੱਦਾ ਕਿਉਂ ਬਣਾਇਆ ਜਾ ਰਿਹਾ? ਅੱਜ ਉਸ ਬਿਹਾਫ ਤੇ ਕਿੱਦਾਂ ਪਰਚਾ ਦਰਜ ਹੋ ਸਕਦਾ, ਮੈਨੂੰ ਸ਼ਾਇਦ ਉਸ ਗੱਲ ਦਾ ਨਹੀਂ ਪਤਾ। ਤੁਸੀਂ ਆਪਣੀ ਰਾਏ ਜ਼ਰੂਰ ਦਿਓ।